ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਸ਼ਾਇਨਾ ਗੋਇਲ ਤੇ। ਸੋ ਫਰੈਂਡਸ, ਆਪਾਂ ਸੀਡੀਪੀ ਦੀ ਸੀਰੀਜ਼ ਨੂੰ ਕੰਟੀਨਿਊ ਕਰਨ ਵਾਲੇ ਹਾਂ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਜਿੰਨੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕੁਐਸਚਨਸ ਕਰ ਸਕਦੇ ਹੋ ਉਨਾ ਹੀ ਤੁਹਾਡੇ ਵਾਸਤੇ ਚੰਗਾ ਹੈ। ਤੇ ਇਸੇ ਕਰਕੇ ਸੀਡੀਪੀ ਦੇ ਜਿਹੜੇ ਪੂਰੇ ਸਿਲੇਬਸ ਵਿੱਚੋਂ ਪ੍ਰੀਵੀਅਸ ਈਅਰ ਕੁਐਸਚਨਸ ਨੇ ਉਹ ਮੈਂ ਤੁਹਾਡੇ ਨਾਲ ਕੁਝ ਇੰਪੋਰਟੈਂਟ ਵਾਲੇ ਡਿਸਕਸ ਕਰਨ ਵਾਲੀ ਹਾਂ। ਸੇ ਤੁਸੀਂ ਇਹਨੂੰ ਵੀਡੀਓ ਨੂੰ ਧਿਆਨ ਨਾਲ ਦੇਖਿਓ, ਠੀਕ ਹੈ। ਆਪਸ਼ਨਸ ਜਿਹੜੀ ਸਹੀ ਆ ਆਪਾਂ ਉਹੀ ਦੇਖਾਂਗੇ, ਸਿਰਫ ਦੂਜੀ ਆਪਸ਼ਨ ਵੱਲ ਤੁਸੀਂ ਧਿਆਨ ਵੀ ਨਹੀਂ ਦੇਣਾ, ਠੀਕ ਹੈ। ਤੇ ਇਦੋਂ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓਜ਼ ਨੇ ਉਹ ਤੁਹਾਨੂੰ ਚੈਨਲ ਦੀ ਪਲੇਲਿਸਟ ਵਿੱਚ ਮਿਲ ਜਾਣਗੀਆਂ। ਪੀਐਸ ਟੈਟ ਪ੍ਰੀਵੀਅਸ ਈਅਰ ਕੁਐਸਚਨਸ ਐਮਸੀਕਿਊ ਸੀਰੀਜ਼ ਦੇ ਨਾਮ ਤੋਂ ਫੋਲਡਰ ਹੈਗਾ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਪੰਜਾਬੀ, ਸਾਇੰਸ, ਇੰਗਲਿਸ਼, ਮੈਥਮੈਟਿਕਸ ਤੇ ਜਿਹੜੀਆਂ ਵੀ ਹੈਗੀਆਂ ਨੇ ਸਾਰੀਆਂ ਆਪਾਂ ਡਿਸਕਸ ਕੀਤੀਆਂ ਨੇ ਉਹਦੇ ਵਿੱਚ ਹੀ ਮਿਲਣਗੀਆਂ, ਠੀਕ ਹੈ। ਇੱਕੋ ਹੀ ਫੋਲਡਰ ਦੇ ਵਿੱਚ ਸਾਰੇ ਸਬਜੈਕਟਸ ਦੀਆਂ ਤੁਹਾਨੂੰ ਮਿਲਣਗੀਆਂ, ਅਲੱਗ-ਅਲੱਗ ਫੋਲਡਰਸ ਤੁਹਾਨੂੰ ਛਾਂਟਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਤੇ ਜਿਹੜੇ ਆਪਾਂ ਥਿਓਰੀਜ਼ ਡਿਸਕਸ ਕੀਤੀਆਂ ਨੇ ਸਾਰੀਆਂ ਉਹ ਤੁਹਾਨੂੰ ਅਲੱਗ ਇੱਕ ਫੋਲਡਰ ਵਿੱਚ ਮਿਲਣਗੀਆਂ। ਮੈਰਾਥਨ ਸੈਸ਼ਨਸ ਵਾਲਾ ਫੋਲਡਰ ਹੈ ਤੇ ਮੈਥਮੈਟਿਕਸ ਦੀ ਸੀਰੀਜ਼ ਜਿਹੜੀ ਹੈਗੀ ਹੈ ਕੰਟੈਂਟ ਵਾਲੀ, ਉਹਦੇ ਵਾਸਤੇ ਮੈਂ ਇੱਕ ਅਲੱਗ ਫੋਲਡਰ ਬਣਾਇਆ ਸੀ, ਪੀਐਸ ਟੈਟ 2023 ਮੈਥਮੈਟਿਕਸ ਪ੍ਰੈਪਰੇਸ਼ਨ ਦਾ, ਉਹ ਤੁਸੀਂ ਉੱਥੋਂ ਦੇਖ ਸਕਦੇ ਹੋ, ਠੀਕ ਹੈ। ਤਾਂ ਚਲੋ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਵਿਦਆਊਟ ਵੇਸਟਿੰਗ ਐਨੀ ਟਾਈਮ ਵਿਦ ਦਾ ਕੁਐਸਚਨ ਨੰਬਰ 1, ਦੈਟ ਇਜ਼ ਡੈਸ਼ ਇਜ਼ ਦ ਪ੍ਰੋਪੋਨੈਂਟ ਆਫ ਕੰਸਟਰਕਟਿਵਿਸਟ ਫਰੇਮਵਰਕ। ਪ੍ਰੋਪੋਨੈਂਟ ਕਿਹੜਾ ਕੰਸਟਰਕਟਿਵਿਸਟ ਫਰੇਮਵਰਕ ਦਾ? ਜਿੱਥੇ ਵੀ ਕੰਸਟਰਕਟਿਵਿਜ਼ਮ ਦੀ ਗੱਲ ਹੋ ਜਾਏ ਉੱਥੇ ਜੀਨ ਪਿਆਜੇ ਦਾ ਨਾਮ ਸਭ ਤੋਂ ਟਾਪ ਤੇ ਆਉਂਦਾ ਹੈ। ਤੇ ਆਪਣਾ ਆਂਸਰ ਵੀ ਕੀ ਹੈ? ਪਿਆਜੇ। ਇਹਨਾਂ ਨੇ ਪਿਆਜੇ ਹੀ ਲਿਖ ਰੱਖਿਆ, ਐਕਚੁਅਲੀ ਟੀ ਸਾਇਲੈਂਟ ਹੈ, ਟੀ ਵੀ ਨਾਲ ਹੋਣਾ ਚਾਹੀਦਾ ਸੀ ਉਰੇ, ਠੀਕ ਹੈ। ਤਾਂ ਆਪਸ਼ਨ ਸੀ ਆਪਣੀ ਕੀ ਹੈ ਕਰੈਕਟ ਆਂਸਰ। ਨੈਕਸਟ ਦੇਖੋ, ਵਾਈਲ ਸੋਲਵਿੰਗ ਅ ਪ੍ਰੋਬਲਮ ਇਫ ਐਨ ਇੰਡੀਵਿਜੂਅਲ ਰੀਚਿਜ਼ ਦ ਸੋल्यूशन all of a sudden we say that he has learned by insight। यानी कि ਆਪਾਂ ਕੋਈ ਪ੍ਰੋਬਲਮ ਸੋਲਵ ਕਰ ਰਹੇ ਹਾਂ, ਆਪਾਂ ਇੱਕੋ ਦਮ ਉਹਦੇ ਸੋਲੂਸ਼ਨ ਤੇ ਪਹੁੰਚ ਗਏ, ਆਪਾਂ ਉਹ ਚੀਜ਼ ਸਿੱਖੀ ਨਹੀਂ ਹੈ, ਇੱਕੋ ਦਮ ਆਪਣੇ ਅੰਦਰੋਂ ਹੀ ਚੀਜ਼ ਉੱਠ ਕੇ ਆਈ ਕਿ ਹਾਂ ਯਾਰ ਇਹਦਾ ਆਪਾਂ ਇੱਦਾਂ ਵੀ ਕਰ ਸਕਦੇ ਹਾਂ, ਹੈ ਨਾ। ਆਪਣੇ ਮਾਈਂਡ 'ਚ ਇੱਦਾਂ ਆਉਂਦਾ ਨਾ ਕਿ ਆਪਾਂ ਇਹਦਾ ਇਸ ਤਰ੍ਹਾਂ ਵੀ ਕਰ ਸਕਦੇ ਹਾਂ, ਇੱਕੋ ਦਮ ਉਹਨੂੰ ਆਪਾਂ ਕੀ ਕਹਿੰਦੇ ਹਾਂ? ਇਨਸਾਈਟ, ਯਾਨੀ ਕਿ ਅੰਤਰ ਦ੍ਰਿਸ਼ਟੀ ਰਾਹੀਂ। ਨੈਕਸਟ ਦੇਖੋ, which of the following is most highlighted by the national curriculum framework position paper on examination reforms। examination reform ਵਿੱਚ NCF ਨੇ ਜਿਹੜੀ most highlighted ਚੀਜ਼ ਹੈ ਉਹ ਕੀ ਕਹੀ ਹੈ ਕਿ ਬੱਚਿਆਂ ਦੀ ਜਿਹੜੀ ਅਸੈਸਮੈਂਟ ਲੈਣੀ ਹੈ ਨਾ, ਉਹ ਆਈ ਨਹੀਂ ਵੀ ਤੁਸੀਂ ਸਾਲ ਦੇ ਬਿਲਕੁਲ ਐਂਡ ਤੇ ਲਓਗੇ, ਵੀ 12 ਮਹੀਨੇ ਬੱਚੇ ਪੜ੍ਹੀ ਜਾਂਦੇ, ਬਿਲਕੁਲ ਐਂਡ ਤੇ ਇੱਕ ਵਾਰੀ ਉਹਨਾਂ ਨੂੰ ਅਸੈਸ ਕਰ ਲਓ। ਇਹ ਚੀਜ਼ ਬਿਲਕੁਲ ਗਲਤ ਹੈ। ਬੱਚਿਆਂ ਦੀ ਜਿਹੜੀ ਅਸੈਸਮੈਂਟ ਹੈ ਉਹ ਕੰਟੀਨਿਊਸ ਹੋਣੀ ਚਾਹੀਦੀ ਹੈ, ਹਰ ਦਿਨ, ਹਰ ਹਫਤੇ, ਹਰ ਮਹੀਨੇ, ਠੀਕ ਹੈ। ਹਰ 2 ਮਹੀਨਿਆਂ ਬਾਅਦ, 3 ਮਹੀਨਿਆਂ ਬਾਅਦ ਆਪਾਂ ਜਿਵੇਂ ਕਹਿੰਦੇ ਹਾਂ, ਜਿਵੇਂ ਤੁਹਾਨੂੰ ਪਤਾ ਹੋਏਗਾ FA ਤੇ SA ਹੁੰਦੇ ਆ, ਠੀਕ ਹੈ। ਇਹਦਾ ਆਂਸਰ ਵੈਸੇ ਡੀ ਹੈ, ਤੁਸੀਂ ਦੇਖ ਸਕਦੇ ਹੋ ਆਪਸ਼ਨ ਟਿਕ। ਮੈਂ ਤੁਹਾਨੂੰ ਥੋੜਾ ਡਿਟੇਲ ਵਿੱਚ ਦੱਸਣਾ ਚਾਹੁੰਦੀ ਹਾਂ। ਇੱਕ ਹੁੰਦੀ ਫਾਰਮੇਟਿਵ ਅਸੈਸਮੈਂਟ, ਦੂਜੀ ਹੁੰਦੀ ਹੈ ਸਮੇਟਿਵ ਅਸੈਸਮੈਂਟ। ਫਾਰਮੇਟਿਵ ਅਸੈਸਮੈਂਟ ਜਿਹੜੀ ਹੁੰਦੀ ਹੈ ਸਾਲ ਵਿੱਚ 4 ਵਾਰੀ ਹੁੰਦੀ ਹੈ, ਤੇ ਇਹਦੀ ਜਿਹੜੀ ਵੇਟੇਜ ਹੈ ਨਾ ਫਾਈਨਲ ਪਰਸੈਂਟੇਜ ਵਿੱਚ ਉਹ ਕਿੰਨੀ ਹੁੰਦੀ ਹੈ? 40% ਨੰਬਰ ਜਿਹੜੇ ਹੈਗੇ ਤੁਹਾਡੇ FA ਦੇ ਲੱਗਦੇ ਆ, ਤੇ SA ਹੁੰਦੇ ਆ ਸਾਲ ਵਿੱਚ 2 ਵਾਰੀ, ਯਾਨੀ ਕਿ ਛਮਾਹੀ ਪੇਪਰ ਆਪਾਂ ਜਿਹਨੂੰ ਕਹਿੰਦੇ ਹਾਂ, ਸਮੈਸਟਰ ਐਗਜ਼ਾਮਸ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। ਤੇ ਇੱਕ ਸਮੈਸਟਰ ਯਾਨੀ ਕਿ 6 ਮਹੀਨਿਆਂ ਬਾਅਦ SA1 ਹੁੰਦਾ, ਫਿਰ ਅਗਲੇ 6 ਮਹੀਨਿਆਂ ਬਾਅਦ SA2 ਹੁੰਦਾ। ਤੇ ਜਿਹੜੇ ਫਾਈਨਲ ਮਾਰਕਸ ਜੁੜਦੇ ਨੇ ਬੱਚਿਆਂ ਦੇ ਜਾਂ ਫਿਰ ਗ੍ਰੇਡਸ ਆਉਂਦੇ ਨੇ, ਉਹਦੇ ਵਿੱਚ SA ਦਾ ਯੋਗਦਾਨ ਕਿੰਨਾ ਹੁੰਦਾ? ਯਾਨੀ ਕਿ 60%, ਠੀਕ ਹੈ। 60% ਮਾਰਕਸ SA ਦੇ ਜੁੜਦੇ ਆ, 40% ਨੰਬਰ ਤੁਹਾਡੇ ਫਾਰਮੇਟਿਵ ਅਸੈਸਮੈਂਟ ਦੇ ਜੁੜਦੇ ਆ, ਠੀਕ ਹੈ। ਸਮਝ ਆ ਗਈ ਇਹ ਚੀਜ਼? ਅੱਗੇ ਦੇਖੋ ਜੀ, ਵਿਚ ਆਫ ਦ ਫੋਲੋਇੰਗ ਇਜ਼ ਕਰੈਕਟ ਸੀਕੁਐਂਸ। ਸੀਕੁਐਂਸ ਕਿਹੜਾ ਸਭ ਤੋਂ ਬੈਟਰ ਹੈ? ਸਭ ਤੋਂ ਪਹਿਲਾਂ ਹੁੰਦੀ ਹੈ ਜੀ ਅਟੈਂਸ਼ਨ, ਧਿਆਨ ਨਾਲ ਸੁਣਨਾ, ਫਿਰ ਹੁੰਦੀ ਹੈ ਰਿਟੈਂਸ਼ਨ, ਫਿਰ ਪ੍ਰੋਡਕਸ਼ਨ ਐਂਡ ਦੈਨ ਇਜ਼ ਮੋਟੀਵੇਸ਼ਨ, ਠੀਕ ਹੈ। ਆਪਸ਼ਨ A ਆਪਣਾ ਕੀ ਇੱਥੇ ਕਰੈਕਟ ਆਂਸਰ। ਅੱਗੇ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਇਨਵੋਲਵਡ ਇਨ ਦ ਮੈਕੈਨਿਜ਼ਮ ਬਾਈ ਵਿਚ ਚਿਲਡਰਨ ਡਿਵੈਲਪ ਦੇਅਰ ਨੌਲੇਜ ਥਰੂ ਸੋਸ਼ਲ ਡਾਇਲੋਗ। ਯਾਨੀ ਕਿ ਬੱਚੇ ਕਿੱਥੋਂ ਸਿੱਖਦੇ ਆ? ਸਮਾਜ ਤੋਂ ਸਿੱਖਦੇ ਆ। ਉਹਦੇ ਵਿੱਚ ਨਾਟ ਇਨਵੋਲਵਡ, ਆਪਾਂ ਨਾਟ ਵਾਲੀ ਚੀਜ਼ ਦੇਖਣੀ ਹੈ, ਕਿਹੜੀ ਨਹੀਂ ਹੈਗੀ। ਸਕੈਫੋਲਡਿੰਗ, ਲੇ ਵਾਈਗੋਸਕੀ ਦੀ ਥਿਓਰੀ ਜੇ ਤੁਸੀਂ ਪੜ੍ਹੀ ਹੋਈ ਹੈ ਧਿਆਨ ਨਾਲ, ਜਿਹੜੀ ਸਕੈਫੋਲਡਿੰਗ ਦੀ ਟਰਮ ਹੈ, ਸਕੈਫੋਲਡਿੰਗ ਕੀ ਹੁੰਦੀ ਹੈ? ਜਿਹੜੀ ਹੈਲਪ ਪ੍ਰੋਵਾਈਡ ਕੀਤੀ ਜਾਂਦੀ ਹੈ ਬੱਚੇ ਨੂੰ ਤਾਂ ਕਿ ਉਹ ਆਪਣੇ ਐਕਚੁਅਲ ਜਿਹੜਾ ਉਹਨਾਂ ਦਾ ਸਤਰ ਹੈ ਉਹ ਤੋਂ ਉੱਠ ਕੇ ਜਿੰਨਾ ਸਤਰ ਉਹ ਆਪਣਾ ਬਣਾ ਸਕਦੇ ਆ ਸਿੱਖਣ ਦਾ, ਉੱਥੋਂ ਤੱਕ ਪਹੁੰਚਦੇ ਆ। ਜਿਹੜੀ ਹੈਲਪ A ਲੈਵਲ ਤੋਂ A ਲੈਵਲ ਤੱਕ ਪਹੁੰਚਣ ਤੱਕ ਦਿੱਤੀ ਜਾਂਦੀ ਹੈ ਉਹਨੂੰ ਕੀ ਕਹਿੰਦੇ ਆ? ਸਕੈਫੋਲਡਿੰਗ। ਤੇ ਜਿਹੜਾ ਆਹ ਵਾਲਾ ਏਰੀਆ ਹੁੰਦਾ ਨਾ, ਜਿੰਨਾ ਬੱਚੇ ਦਾ ਐਕਚੁਅਲ ਪੋਟੈਂਸ਼ੀਅਲ ਹੁੰਦਾ ਉਹ ਆਹ ਹੈ। ਆਹ ਬੱਚਾ ਜਿਹੜਾ ਪੋਟੈਂਸ਼ੀਅਲ ਉਹ ਕ੍ਰੀਏਟ ਕਰ ਸਕਦਾ ਵਿਦ ਹੈਲਪ, ਠੀਕ ਹੈ। ਆਹ ਜਿਹੜਾ ਏਰੀਆ ਵਿਚਕਾਰ ਵਾਲਾ ਹੁੰਦਾ ਇਹਨੂੰ ਆਪਾਂ ਕੀ ਕਹਿੰਦੇ ਆ? ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਇਹ ਕੁਐਸਚਨਸ ਤੁਹਾਨੂੰ ਡਾਇਗਰਾਮ ਨਾਲ ਵੀ ਆ ਸਕਦੇ ਆ ਜਾਂ ਫਿਰ ਥਿਓਰੈਟੀਕਲ ਵਿੱਚ ਵੀ ਆ ਸਕਦੇ ਆ, ਠੀਕ ਹੈ। ਤੇ ਸੋਸ਼ਲ ਲਰਨਿੰਗ, ਇਹ ਵੀ ਕਿਹਦਾ ਕਨਸੈਪਟ ਹੈ? ਵਾਈਗੋਸਕੀ ਦਾ, ਕਿ ਸੁਸਾਇਟੀ ਤੋਂ ਆਪਾਂ ਲਰਨ ਕਰਦੇ ਹਾਂ। ਤੇ ਆਪਣੀ ਆਪਸ਼ਨ ਕਿਹੜੀ ਆਪਾਂ ਨੂੰ ਚਾਹੀਦੀ ਹੈ? ਨੋਟ ਵਾਲੀ, ਠੀਕ ਹੈ। ਤੇ ਨੋਟ ਵਾਲੀ ਆਪਸ਼ਨ ਕਿਹੜੀ ਹੈ? ਇੰਟਰਨਲਾਈਜੇਸ਼ਨ, ਆਪਸ਼ਨ D, ਠੀਕ ਹੈ। ਮੈਂ ਤੁਹਾਨੂੰ ਵੈਸੇ ਕਿਹਾ ਸੀ ਕਿ ਸਿਰਫ ਸਹੀ ਆਂਸਰ ਨੂੰ ਦੇਖਣਾ। ਉਰੇ ਮੈਂ ਤਿੰਨੋਂ ਚੀਜ਼ਾਂ ਤੁਹਾਨੂੰ ਤਾਂ ਸਮਝਾਈਆਂ ਨੇ ਤਾਂ ਕਿ ਆਪਣੀ ਥਿਓਰੀ ਵੀ ਨਾਲ ਨਾਲ ਜਿਹੜੀ ਹੈ ਰਿਵਾਈਜ਼ ਹੁੰਦੀ ਜਾਵੇ। 2 ਦਿਨ ਰਹਿ ਗਏ, ਨਾਲ ਨਾਲ ਥਿਓਰੀ ਰਿਵਾਈਜ਼ ਕਰਦੇ ਜਾਵਾਂਗੇ, ਨਾਲ ਨਾਲ ਆਪਾਂ MCQs ਪ੍ਰੈਕਟਿਸ ਕਰਾਂਗੇ, ਠੀਕ ਹੈ। Next, when a child is not able to conceptualize conservation of mass, which logical operation he is not able to carry out? ਉਹ ਹੈਗਾ ਰਿਵਰਸੀਬਿਲਿਟੀ।
ਜਿਵੇਂ ਬੱਚੇ ਨੂੰ ਆਪਾਂ ਕਹਿ ਦਈਏ ਕੰਜ਼ਰਵੇਸ਼ਨ ਆਫ ਮਾਸ ਹੈ। ਹੁਣ ਜਿਵੇਂ ਬੱਚੇ ਨੂੰ ਇੱਕ ਕੰਟੇਨਰ ਆ ਦਿਖਾਤਾ, ਠੀਕ ਹੈ, ਇੱਕ ਕੰਟੇਨਰ ਆ ਦਿਖਾਤਾ, ਉਹਨੂੰ ਕਹਿਤਾ ਵੀ ਬਈ ਇੱਕ ਵਿੱਚ ਤਾਂ 1 ਕਿਲੋ ਆਪਾਂ ਨੇ ਕਾਟਨ ਰੱਖਤੀ, ਇੱਕ ਵਿੱਚ 1 ਕਿਲੋ ਆਪਾਂ ਨੇ ਜਿਹੜਾ ਹੈਗਾ ਆਇਰਨ ਰੱਖਤਾ, ਯਾਨੀ ਕਿ ਲੋਹਾ ਰੱਖਤਾ, ਹੈ ਨਾ। ਬੱਚੇ ਸੋਚਣਗੇ ਕਿ ਲੋਹਾ ਭਾਰੀ ਹੁੰਦਾ ਲੇਕਿਨ ਕਾਟਨ ਜਿਹੜੀ ਹੈ ਉਹ ਹਲਕੀ ਹੁੰਦੀ ਹੈ। ਉਹਨਾਂ ਨੇ ਇਹ ਚੀਜ਼ ਤਾਂ ਦੇਖੀ ਨਹੀਂ ਕਿ ਮਾਸ ਦੋਨਾਂ ਦਾ ਸੇਮ ਆਪਾਂ ਡਿਸਕ੍ਰਾਈਬ ਕੀਤਾ 1 ਕਿਲੋ ਹੈ, ਠੀਕ ਹੈ। ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਹੁੰਦੀਆਂ ਨੇ ਕੰਜ਼ਰਵੇਸ਼ਨ ਆਫ ਮਾਸ ਵਾਲੀਆਂ, ਜਿਹੜੀਆਂ ਬੱਚੇ ਨਹੀਂ ਸਮਝ ਸਕਦੇ। ਉਹ ਕੀ ਹੈ, ਰਿਵਰਸਿਬਿਲਿਟੀ, ਜਿਵੇਂ ਜੀਨ ਪਿਆਜੇ ਦੀ ਥਿਓਰੀ ਵਿੱਚ ਤੁਹਾਨੂੰ ਕਰਵਾਇਆ ਸੀ ਕਿ ਇੱਕ ਕੰਟੇਨਰ ਜਿਹੜਾ ਹੈਗਾ ਉਹ ਥੋੜਾ ਬ੍ਰੌਡ ਹੈ, ਦੂਜਾ ਕੰਟੇਨਰ ਜਿਹੜਾ ਉਹ ਬ੍ਰੌਡ ਘੱਟ ਹੈ, ਯਾਨੀ ਕਿ ਚੌੜਾ ਘੱਟ ਹੈ ਲੇਕਿਨ ਉਹ ਲੰਬਾ ਜ਼ਿਆਦਾ ਹੈ। ਇਹਦੇ ਵਿੱਚ ਇੰਨਾ ਪਾਣੀ ਹੈ, ਠੀਕ ਹੈ। ਇਹੀ ਪਾਣੀ ਜਦੋਂ ਇਹ ਕੰਟੇਨਰ ਦੇ ਵਿੱਚ ਉਲਟਾਤਾ ਤਾਂ ਬੱਚਿਆਂ ਨੂੰ ਪੁੱਛਿਆ ਗਿਆ ਕਿਹੜੇ ਕੰਟੇਨਰ ਵਿੱਚ ਪਾਣੀ ਜ਼ਿਆਦਾ ਹੈ, ਤਾਂ ਬੱਚਿਆਂ ਨੇ ਕੀ ਕਿਹਾ, ਆਪਦੇ ਲੌਜਿਕ ਲਗਾ ਕੇ ਕਿਹਾ ਕਿ ਇਹ ਕੰਟੇਨਰ ਵਿੱਚ ਪਾਣੀ ਜ਼ਿਆਦਾ ਹੈ, ਕਿਉਂਕਿ ਇਹਨਾਂ ਨੇ ਹਾਈਟ ਦੇਖ ਲਈ, ਸਿਰਫ ਹਾਈਟ ਦੇਖੀ, ਐਂ ਦੇਖਿਆ ਨਹੀਂ ਵੀ ਚੌੜਾਈ ਇਸ ਕੰਟੇਨਰ ਦੀ ਜ਼ਿਆਦਾ ਹੋ ਸਕਦਾ ਸੇਮ ਹੋਵੇ, ਹੋ ਸਕਦਾ ਇਹਦੇ ਵਿੱਚ ਜ਼ਿਆਦਾ ਹੋਵੇ, ਠੀਕ ਹੈ। ਯਾਨੀ ਕਿ ਉਹ ਰਿਵਰਸਿਬਿਲਿਟੀ ਨਹੀਂ ਕਰ ਪਾ ਰਹੇ ਉਸ ਚੀਜ਼ ਰਿਲੇਟਿਡ। ਸਮਝ ਆ ਗਿਆ ਵੀ ਇਹਨੂੰ ਇਹਦੇ ਵਿੱਚ ਪਾ ਦਿਓ ਜਾਂ ਫਿਰ ਇਹ ਪਾਣੀ ਨੂੰ ਇਹਦੇ ਵਿੱਚ ਉਲਟਾ ਦਿਓ, ਪਾਣੀ ਦਾ ਜਿਹੜਾ ਵੋਲਿਊਮ ਹੈ, ਕੰਟੈਂਟ ਹੈ, ਉਹ ਸੇਮ ਹੀ ਹੈਗਾ। ਸਿਰਫ ਕੰਜ਼ਰਵੇਸ਼ਨ ਦਾ ਫੰਡਾ ਕੀ ਹੈ ਕਿ ਲੈਂਥ ਤੇ ਬ੍ਰੈਡਥ ਵਿੱਚ ਬੱਚੇ ਕਨਫਿਊਜ਼ ਹੋ ਰਹੇ ਨੇ, ਠੀਕ ਹੈ। ਇਹ ਜੀਨ ਪਿਆਜੇ ਨੇ ਕਿਹਾ ਸੀ। ਕੀ ਕਹਿੰਦੇ ਆ ਇਸ ਫੰਡੇ ਨੂੰ, ਰਿਵਰਸਿਬਿਲਿਟੀ। ਨੈਕਸਟ ਦੇਖੋ, the idea that regards language as a uniquely human accomplishment attached into structure of the brain is called nativist. Next, which of the following is important for language production in humans ਵਿੱਚ language production ਵਾਸਤੇ ਕਿਹੜੀ ਚੀਜ਼ important ਹੁੰਦੀ ਹੈ, that is Broca's area, ਠੀਕ ਹੈ। As per Erickson's theory, in which stage is the child most eager to learn and master skilled valued in his culture? ਉਹ ਕਿਹੜੀ ਹੈ, ਇੰਡਸਟਰੀਜ਼ ਵਰਸਸ ਇਨਫੀਰੀਓਰਿਟੀ। ਇਹ ਸਟੇਜ ਹੈਗੀ ਹੈ, ਇਰਿਕਸਨ ਦੀ ਥਿਓਰੀ ਵੀ ਮੈਂ ਤੁਹਾਨੂੰ ਕਰਾਈ ਸੀ, ਜਿਹਦੇ ਵਿੱਚ ਬੱਚਾ ਈਗਰ, ਸਭ ਤੋਂ ਜ਼ਿਆਦਾ ਈਗਰ ਹੁੰਦਾ ਹੈ ਲਰਨ ਕਰਨ ਵਾਸਤੇ ਕਿਹੜੀਆਂ ਜਿਹੜੀਆਂ ਉਹਨਾਂ ਦੀਆਂ ਕਲਚਰ ਦੀਆਂ ਵੈਲਿਊਜ਼ ਨੇ, ਇੰਡਸਟਰੀ ਵਰਸਸ ਇਨਫੀਰੀਓਰਿਟੀ, ਠੀਕ ਹੈ। ਆਪਸ਼ਨ ਬੀ ਕੀ ਹੋ ਗਿਆ ਆਪਣਾ ਕਰੈਕਟ ਆਂਸਰ। ਨੈਕਸਟ ਦੇਖੋ, ਇਨ ਐਨ ਇਨਕਲੂਸਿਵ ਸੈਟਅਪ। ਇਨਕਲੂਸਿਵ ਸੈਟਅਪ ਮੀਨਸ ਸਭ ਤੋਂ ਪਹਿਲਾਂ ਇਨਕਲੂਸਿਵ ਐਜੂਕੇਸ਼ਨ ਉਹ ਹੁੰਦਾ ਜਿੱਥੇ ਵਿਦਾਊਟ ਐਨੀ ਡਿਸਕ੍ਰਿਮੀਨੇਸ਼ਨ ਸਾਰੇ ਬੱਚੇ ਇੱਕੋ ਹੀ ਕਲਾਸ ਵਿੱਚ ਬੈਠ ਕੇ ਪੜ੍ਹ ਸਕਦੇ ਆ, ਚਾਹੇ ਕਿਸੇ ਬੱਚੇ ਨੂੰ ਘੱਟ ਦਿਖਦਾ ਹੈ, ਚਾਹੇ ਕੋਈ ਬੱਚਾ ਅਪਾਹਿਜ ਹੈ, ਚਾਹੇ ਕੋਈ ਬੱਚਾ ਗਿਫਟਿਡ ਚਾਈਲਡ ਹੈ, ਚਾਹੇ ਕੋਈ ਬੱਚਾ ਡੰਬ ਹੈ, ਈਡੀਅਟ ਹੈ, ਠੀਕ ਹੈ। ਜਿਹੜੀ ਆਪਾਂ ਉਹ ਲੈਵਲਸ ਕੀਤੇ ਸੀ, ਜੇ 140 ਤੋਂ ਉੱਪਰ ਹੈ ਬੱਚੇ ਦਾ IQ ਲੈਵਲ ਤਾਂ ਉਹ ਗਿਫਟਿਡ ਹੈ, ਠੀਕ ਹੈ। ਮੈਂ ਵੈਸੇ ਈਡੀਅਟ ਨਹੀਂ ਬੋਲ ਰਹੀ, ਸਿਰਫ IQ ਦੇ ਬੇਸਿਸ 'ਤੇ ਬੋਲ ਰਹੀ ਹਾਂ, ਕੋਈ ਵੀ ਬੱਚਾ ਮਾਈਂਡ ਨਾ ਕਰਿਓ ਪਲੀਜ਼, ਠੀਕ ਹੈ। ਤਾਂ ਇਨਕਲੂਸਿਵ ਸੈਟਅਪ ਉਹ ਹੈ ਜਿੱਥੇ ਕਲਾਸਰੂਮ ਦਾ ਸਟਰਕਚਰ ਇਸ ਤਰ੍ਹਾਂ ਦਾ ਹੋਵੇ, ਸਕੂਲ ਦਾ ਸਿਸਟਮ ਇਸ ਤਰ੍ਹਾਂ ਦਾ ਹੋਵੇ ਕਿ ਹਰ ਬੱਚਾ ਉੱਥੇ ਬਿਨਾਂ ਕਿਸੇ ਰੁਕਾਵਟ ਤੋਂ ਪੜ੍ਹ ਸਕਦਾ ਹੈ, ਠੀਕ ਹੈ। ਜੇ ਕੋਈ ਹੈਂਡੀਕੈਪ ਹੈ, ਬੱਚਾ ਚੱਲ ਨਹੀਂ ਸਕਦਾ, ਤਾਂ ਉਹਦੇ ਵਾਸਤੇ ਅਰੇਂਜਮੈਂਟਸ ਹੁੰਦੀਆਂ ਕਿ ਗਰਾਊਂਡ ਫਲੋਰ 'ਤੇ ਹੀ ਕਲਾਸਿਸ ਹੋਣ ਜਾਂ ਫਿਰ ਸਟੇਅਰਸ ਦੇ ਨਾਲ ਨਾਲ ਰੈਂਪ ਵੀ ਬਣਾਇਆ ਜਾਵੇ ਜਿੱਥੇ ਬੱਚਾ ਆਪਦੀ ਵੀਲ ਚੇਅਰ ਨੂੰ ਕੋਈ ਉਹਨੂੰ ਲੈ ਕੇ ਜਾ ਸਕੇ, ਠੀਕ ਹੈ। ਹੁਣ ਇਨਕਲੂਸਿਵ ਸੈਟਅਪ ਦੀ ਤੁਹਾਨੂੰ ਸਮਝ ਆ ਗਈ। ਇੱਥੇ ਕੀ ਹੈ, ਦ ਸਕੂਲ ਹੈਜ਼ ਫਲੈਕਸੀਬਲ ਕਰਿਕੂਲਮ ਟੂ ਅਕੋਮੋਡੇਟ ਈਚ ਚਾਈਲਡ। ਫਲੈਕਸੀਬਲ ਹੁੰਦਾ ਕਰਿਕੂਲਮ ਤਾਂ ਕਿ ਹਰ ਬੱਚਾ ਉਸ ਕਰਿਕੂਲਮ ਤੋਂ ਪੜ੍ਹ ਸਕੇ, ਬੈਨੀਫਿਟ ਲੈ ਸਕੇ। ਨੈਕਸਟ ਦੇਖੋ, when a teacher gauges the previous knowledge of his learners, he is involved in assessment for learning. assessment for learning, learning ਕਰਵਾਉਣ ਵਾਸਤੇ ਕੀਤੀ ਗਈ assessment। ਇਹ ਵੀਡੀਓ ਮੈਂ ਤੁਹਾਡੇ ਨਾਲ ਸ਼ਾਇਦ ਸ਼ੇਅਰ ਕਰਨਾ ਭੁੱਲ ਗਈ ਹਾਂ। ਇਹ ਚਾਰੋਂ ਚੀਜ਼ਾਂ ਵਾਸਤੇ ਮੈਂ ਇੱਕ ਵੀਡੀਓ ਬਣਾਈ ਹੈ, ਤੁਸੀਂ ਇਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜ਼ਰੂਰ ਦੇਖ ਲਿਓ, ਇੰਪੋਰਟੈਂਟ ਚੀਜ਼ ਹੈ, ਠੀਕ ਹੈ। ਵੀਡੀਓ ਮੈਂ ਆਲਰੇਡੀ ਸੀਟੈਟ ਵੇਲੇ ਵੀ ਬੱਚਿਆਂ ਨਾਲ ਡਿਸਕਸ ਕੀਤੀ ਸੀ ਤੇ ਉਸੇ ਦਾ ਲਿੰਕ ਮੈਂ ਤੁਹਾਨੂੰ ਇੱਥੇ ਦੇ ਦਾਂਗੀ। ਅਸੈਸਮੈਂਟ ਆਫ ਲਰਨਿੰਗ, ਇਨ ਲਰਨਿੰਗ, ਐਜ਼ ਲਰਨਿੰਗ ਤੇ ਫॉर ਲਰਨਿੰਗ, ਇਹਨਾਂ ਚਾਰਾਂ ਵਿੱਚ ਜਿਹੜਾ ਡਿਫਰੈਂਸ ਹੈ ਬਹੁਤ ਇੰਪੋਰਟੈਂਟ ਹੈ ਤੇ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਉੱਥੇ ਸਮਝ ਆਏਗਾ, ਠੀਕ ਹੈ ਬੱਚੋ। ਤੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜ਼ਰੂਰ ਇਸ ਦਾ ਤੁਸੀਂ ਲਿੰਕ ਚੈੱਕ ਕਰ ਲੈਣਾ ਤੇ ਵੀਡੀਓ ਉਹ ਦੇਖ ਲਿਓ, ਛੋਟੀ ਜਿਹੀ ਵੀਡੀਓ ਪਰ ਬਹੁਤ ਜ਼ਿਆਦਾ ਇਨਫੋਰਮੇਟਿਵ ਹੈ, ਠੀਕ ਹੈ। ਤੇ ਆਪਣਾ ਉਰੇ ਆਂਸਰ ਕੀ ਹੈ, ਆਪਸ਼ਨ ਡੀ, that is assessment for learning. Next question number 12, in order to study the influence of environment on intelligence, which of the following method is not suitable? ਕਿਹੜਾ ਮੈਥਡ ਸੁਟੇਬਲ ਨਹੀਂ ਹੈ, that is psychological studies ਦਾ, ਯਾਨੀ ਕਿ ਮਨੋਵਿਗਿਆਨਿਕ ਅਧਿਐਨ ਦਾ। Next, for a teacher the primary objective of assessment should be, ਜੇ ਟੀਚਰ ਬੱਚਿਆਂ ਦੀ ਅਸੈਸਮੈਂਟ ਲੈਂਦੇ ਨੇ ਉਹਦਾ ਸਭ ਤੋਂ ਮੁੱਖ ਜਿਹੜਾ ਆਪਾਂ ਕਹਿੰਦੇ ਹਾਂ ਓਬਜੈਕਟਿਵ ਕੀ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ ਆਈਡੈਂਟੀਫਾਈਂਗ ਗੈਪਸ ਇਨ ਦਾ ਅਚੀਵਮੈਂਟ ਆਫ ਸਟੂਡੈਂਟਸ ਐਂਡ ਹੈਲਪਿੰਗ ਇਨ ਬ੍ਰਿਜਿੰਗ ਦੀਜ਼ ਗੈਪਸ। ਜੇ ਬੱਚਿਆਂ ਦੀ ਅਚੀਵਮੈਂਟ ਵਿੱਚ ਕੋਈ ਰੁਕਾਵਟਾਂ ਨੇ, ਬੱਚੇ ਕਿਸੇ ਲੈਵਲ ਤੱਕ ਨਹੀਂ ਪਹੁੰਚ ਸਕਦੇ ਤੇ ਉਹਨੂੰ ਕੀ ਹੈਲਪ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਗੈਪ ਕਵਰ ਕੀਤਾ ਜਾਏ।
ਇਹ ਆਬਜੈਕਟਿਵ ਹੋਣਾ ਚਾਹੀਦਾ ਟੀਚਰ ਦੀ ਅਸੈਸਮੈਂਟ ਲੈਣ ਦਾ, ਬਜਾਏ ਇਸ ਤੇ ਕਿ ਬੱਚਿਆਂ ਨੂੰ ਤੁਸੀਂ ਮਾਰਕਸ ਅਲਾਟ ਕਰ ਰਹੇ ਹੋ ਕਿ ਬੱਚਾ ਤੇਰੇ 20 ਚੋਂ 15 ਨੰਬਰ ਆਏ, ਤੇਰੇ 12 ਨੰਬਰ ਆਏ, ਤੂੰ ਜ਼ਿਆਦਾ ਇੰਟੈਲੀਜੈਂਟ ਨਹੀਂ ਹੈ ਜਾਂ ਫਿਰ ਤੂੰ ਜ਼ਿਆਦਾ ਪੜ੍ਹਦਾ ਨਹੀਂ ਹੈ। ਇਹ ਚੀਜ਼ ਦੇਖੋ ਕਿ ਤੁਹਾਡੀ ਟੀਚਿੰਗ ਵਿੱਚ ਕਿੱਥੇ ਮਿਸਟੇਕ ਰਹਿ ਗਈ, ਕਿੱਥੇ ਕਮੀ ਰਹਿ ਗਈ ਤੁਹਾਡੇ ਪੜ੍ਹਾਉਣ ਵਿੱਚ, ਜਾਂ ਫਿਰ ਬੱਚਿਆਂ ਦਾ ਇੰਟਰਸਟ ਕੈਪਚਰ ਕਰਨ ਵਿੱਚ ਤੁਹਾਡੇ ਵਿੱਚ ਕਿੱਥੇ ਕਮੀ ਰਹਿ ਗਈ, ਜਾਂ ਫਿਰ ਸਕੂਲ ਦੇ ਸਿਸਟਮ ਵਿੱਚ ਕਿੱਥੇ ਕਮੀ ਰਹਿ ਗਈ। ਠੀਕ ਹੈ, ਇਹ ਚੀਜ਼ਾਂ ਹੁੰਦੀਆਂ ਅੱਜ ਕੱਲ੍ਹ ਜਿਹੜੀਆਂ ਚੱਲੀਆਂ ਹੋਈਆਂ ਨੇ ਨਵੀਆਂ, ਬਜਾਏ ਇਸ ਦੇ ਕਿ ਆਪਾਂ ਬੱਚਿਆਂ ਨੂੰ ਜ਼ਿਆਦਾ ਦੋਸ਼ ਦਈਏ, ਟੀਚਰਸ ਨੂੰ ਆਪਦੇ ਟੀਚਿੰਗ ਵੇ ਵਿੱਚ ਫਾਲਟ ਦੇਖਣਾ ਪੈਣਾ, ਉਹਨੂੰ ਹੋਰ ਜ਼ਿਆਦਾ ਇੰਪਰੂਵ ਕਰਨਾ ਪੈਣਾ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਸੋਸ਼ਲ ਲਰਨਿੰਗ ਥਿਊਰੀ। ਸੋਸ਼ਲ ਲਰਨਿੰਗ ਦਾ ਪਾਰਟ ਕਿਹੜਾ ਨਹੀਂ ਹੁੰਦਾ? ਦੈਟ ਇਜ਼ ਬਿਹੇਵੀਅਰਲ ਮੈਨੀਫੈਸਟੇਸ਼ਨ। ਨੈਕਸਟ, ਹੂ ਅਮੰਗ ਦ ਫੋਲੋਇੰਗ ਹਾਈਲਾਈਟਡ ਦੈਟ ਲਰਨਿੰਗ ਇਜ਼ ਅ ਸੋਸ਼ਲੀ ਮੀਡੀਏਟਿਡ ਪ੍ਰੋਸੈਸ। ਲਰਨਿੰਗ ਕੀ ਹੈ? ਇੱਕ ਸੋਸ਼ਲੀ ਮੀਡੀਏਟਿਡ ਪ੍ਰੋਸੈਸ ਹੈ। ਜਿੱਥੇ ਸੁਸਾਇਟੀ ਦੀ ਗੱਲ ਅੱਜ ਗਈ ਜੀ, ਸਾਡਾ ਫੇਵਰੇਟ ਵਾਇਗੋਸਕੀ ਸਾਹਿਬ ਇੱਥੇ ਬੈਠੇ ਨੇ ਆਪਸ਼ਨ ਬੀ ਤੇ, ਇਹ ਕੀ ਹੈ ਕਰੈਕਟ ਆਂਸਰ। ਨੈਕਸਟ ਦੇਖੋ, ਅ ਚੇਂਜ ਇਨ ਦ ਮੈਂਟਲ ਪ੍ਰੋਸੈਸਿਸ ਦੈਟ ਅੰਡਰਲਾਈ ਆਲ ਲਰਨਿੰਗ ਐਂਡ ਪਰਫੋਰਮੈਂਸ ਕੈਨ ਬੀ ਰੈਫਰਡ ਟੂ ਐਜ਼, ਕੀ ਕਹਿ ਸਕਦੇ ਹਾਂ ਆਪਾਂ ਇਹਨੂੰ? ਕੋਗਨੀਟਿਵ ਡਿਵੈਲਪਮੈਂਟ। ਦੇਖੋ ਜਿੱਥੇ ਮੈਂਟਲ ਪ੍ਰੋਸੈਸਿਸ ਦੀ ਗੱਲ ਆ ਗਈ ਨਾ, ਉੱਥੇ ਆਪਾਂ ਕੀ ਕਵਾਂਗੇ? ਕੋਗਨੀਟਿਵ ਡਿਵੈਲਪਮੈਂਟ ਹੁੰਦੀ ਹੈ ਬੱਚੇ ਦੀ, ਆਪਸ਼ਨ ਬੀ। ਨੈਕਸਟ, ਪ੍ਰੇਮਾ ਸੀਮਸ ਟੂ ਬੀ ਓਵਰਲੋਡਡ ਵਿਦ ਐਨਰਜੀ। She bounces on her seat and frequently interrupts others. It is difficult for her to focus and listen to her teachers. She may be identified with, ਕੀ ਚੀਜ਼ ਹੋ ਸਕਦੀ ਹੈ? ਇਹ ਦੇਖੋ ਲਰਨਿੰਗ ਡਿਸੇਬਿਲਿਟੀਜ਼ ਹੁੰਦੀਆਂ ਨੇ, ਕੁਛ ਡਿਸਲੈਕਸੀਆ ਹੁੰਦੀ ਹੈ, ਡਿਸਗ੍ਰਾਫੀਆ ਹੁੰਦੀ ਹੈ, ਡਿਸਪ੍ਰੈਕਸੀਆ ਹੁੰਦੀ ਹੈ, ਹੋਰ ਵੀ ਹੁੰਦੀਆਂ ਨੇ, ਐਫਰੇਜ਼ੀਆ ਹੁੰਦੀ ਹੈ, ਐਂਡ ADHD। ਇਹਨੂੰ ਆਪਾਂ ਕੀ ਕਹਿੰਦੇ ਹਾਂ? ਜਦੋਂ ਬੱਚਾ ਬਹੁਤ ਜ਼ਿਆਦਾ ਐਗਰੈਸਿਵ ਹੁੰਦਾ ਹੈ, ਠੀਕ ਹੈ, ਉਦੋਂ ਕੀ ਹੈ ਵੀ ਬੱਚੇ 'ਚ ਐਨਰਜੀ ਤਾਂ ਬਹੁਤ ਜ਼ਿਆਦਾ ਭਰੀ ਹੈ, ਲੇਕਿਨ ਉਹਦਾ ਜਿਹੜਾ ਆਪਾਂ ਕਹਿੰਦੇ ਫੋਕਸ ਹੈ ਨਾ ਬੱਚੇ ਦਾ, ਉਹ ਨਹੀਂ ਬਣ ਪਾਉਂਦਾ ਇੱਕ ਚੀਜ਼ 'ਤੇ ਟਿੱਕੇ ਨਹੀਂ। ਆਪਾਂ ਕਹਿੰਦੇ ਨਾ ਜਿਵੇਂ ਛੋਟੇ ਬੱਚੇ ਹੁੰਦੇ ਆ, ਕੁਛ ਬਹੁਤ ਹੀ ਜ਼ਿਆਦਾ ਸ਼ਰਾਰਤੀ ਹੁੰਦੇ ਆ, ਉਹਨਾਂ ਦੇ ਹੱਥ ਪੈਰ ਕੰਟੀਨਿਊਸਲੀ ਚੱਲਦੇ ਹੀ ਰਹਿੰਦੇ ਆ, ਟਿੱਕੇ ਨਹੀਂ ਬੈਠਦੇ। ਉਹ ਕੀ ਹੁੰਦੇ ਆ ਵੀ ਓਵਰਲੋਡਡ ਵਿਦ ਐਨਰਜੀ। ਉਹਨਾਂ ਨੂੰ ਕਿਸ ਤਰ੍ਹਾਂ ਦਾ ਆਪਾਂ ਕਹਿੰਦੇ ਲਰਨਿੰਗ ਡਿਸੇਬਿਲਿਟੀ ਹੁੰਦੀ ਹੈ? ADHD। ਨੈਕਸਟ ਦੇਖੋ, ਦ ਪਰਸਨ ਵਿਦ ਡਿਸੇਬਿਲਿਟੀ ਐਕਟ 1995 ਐਮਫੇਸਾਈਜ਼ਿਜ਼, ਜਿਹੜਾ ਪਰਸਨ ਵਿੱਚ ਵਿਦ ਡਿਸੇਬਿਲਿਟੀ ਐਕਟ ਆਇਆ ਸੀ 1995 ਦਾ, ਇਹ ਤਿੰਨੋਂ ਚੀਜ਼ਾਂ ਨੂੰ ਹੀ ਐਮਫੇਸਾਈਜ਼ ਕਰਦਾ। ਦੈਟ ਇਜ਼ ਇਕੁਅਲ ਓਪਰਚੁਨਿਟੀ, ਹਰ ਇੱਕ ਨੂੰ ਇਕੁਅਲ ਓਪਰਚੁਨਿਟੀ ਦਿੱਤੀ ਜਾਵੇ, ਚਾਹੇ ਉਹ ਬੱਚਾ ਏਬਲਡ ਹੈ ਚਾਹੇ ਡਿਸੇਬਲਡ ਹੈ। ਪ੍ਰੋਟੈਕਸ਼ਨ ਆਫ ਰਾਈਟਸ ਐਂਡ ਫੁੱਲ ਪਾਰਟੀਸਪੇਸ਼ਨ ਇਨ ਆਲ ਦ ਐਕਟੀਵਿਟੀਜ਼। ਤੋਂ ਆਪਣੀ ਜਿਹੜੀ ਆਪਸ਼ਨ ਸਹੀ ਬਣਦੀ ਹੈ ਉਰੇ, ਉਹ ਕੀ? ਆਪਸ਼ਨ ਡੀ, ਆਲ ਆਫ ਦੀ ਅਬਵ। ਅੱਗੇ ਵਧਦੇ ਹਾਂ, ਕੁਐਸਚਨ ਨੰਬਰ 19। According to Piaget, at which of the following stage does the child begin to think logically about the abstract concepts? Abstract concepts ਦਾ ਬੱਚਾ ਕਿੱਥੇ ਸੋਚਣ ਲੱਗ ਜਾਂਦਾ ਹੈ? That is formal operational stage, ਜਿੱਥੇ ਆਪਾਂ ਕਹਿੰਦੇ ਹਾਂ ਬੱਚਾ 11 ਸਾਲ ਤੋਂ above ਹੈ, ਠੀਕ ਹੈ, 11 ਸਾਲ ਤੋਂ ਵੱਡਾ ਹੈ ਬੱਚਾ, ਉਹ ਕਿਹੜੀ ਹੈਗੀ ਆਪਣੀ formal operational stage। 11 ਸਾਲ ਤੋਂ ਉੱਪਰ ਇੱਥੇ ਕੀ ਕਹਿੰਦੇ ਆ ਆਪਾਂ? ਐਬਸਟਰੈਕਟ ਥਿੰਕਿੰਗ ਸਟਾਰਟ ਹੋ ਜਾਂਦੀ ਹੈ, ਬੱਚਾ ਚੀਜ਼ਾਂ ਨੂੰ ਲੈ ਕੇ ਜਨਰਲਾਈਜੇਸ਼ਨ ਸਟਾਰਟ ਹੋ ਜਾਂਦੀ ਹੈ, ਜਿੱਥੇ ਆਪਾਂ ਕਹਿੰਦੇ ਹਾਂ ਹਾਈਪੋਥੈਟਿਕੋ ਡਿਡਕਟਿਵ ਰੀਜ਼ਨਿੰਗ ਅਕਰ ਹੁੰਦੀ ਹੈ। ਉਹ ਕਿਹੜੀ ਸਟੇਜ ਹੁੰਦੀ ਹੈ? ਫਾਰਮਲ ਆਪਰੇਸ਼ਨਲ ਸਟੇਜ। ਨੈਕਸਟ ਦੇਖੋ, ਕੁਐਸਚਨ ਨੰਬਰ 20 ਕੀ ਹੈ? ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਮੈਟਰ ਆਫ ਡਿਬੇਟ ਇਨ ਡਿਵੈਲਪਮੈਂਟਲ ਸਾਈਕੋਲੋਜੀ। ਹੇਠ ਲਿਖਿਆਂ ਚੋਂ ਕਿਹੜਾ ਵਿਕਾਸਾਤਮਕ ਮਨੋਵਿਗਿਆਨ ਵਿੱਚ ਚਰਚਾ ਦਾ ਵਿਸ਼ਾ ਨਹੀਂ ਮੰਨਿਆ ਜਾਂਦਾ? ਉਹ ਕਿਹੜੀ ਹੈ? ਆਪਸ਼ਨ ਏ, ਦੈਟ ਇਜ਼ ਮਨ ਤੇ ਸਰੀਰ, ਮਾਈਂਡ, body। Next 21 question number, in which of the following stages children are able to engage in make believe and play? ठीक है, make believe play ਕਿਹੜੀ ਸਟੇਜ ਹੈ? ਇਹ ਹੈਗੀ ਆਪਣੀ ਪ੍ਰੀ ਆਪਰੇਸ਼ਨਲ ਸਟੇਜ। ਜੀਨ ਪਿਆਜੇ ਦੀ ਥਿਓਰੀ ਤੁਸੀਂ ਕੀਤੀ ਹੋਣੀ ਹੈ, ਠੀਕ ਹੈ, ਉਹਦੇ ਵਿੱਚ ਪ੍ਰੀ ਆਪਰੇਸ਼ਨਲ ਸਟੇਜ ਵਿੱਚ ਹੁੰਦਾ ਹੈ ਮੇਕ ਬਿਲੀਵ ਐਂਡ ਪਲੇ, ਠੀਕ ਹੈ। ਨੈਕਸਟ ਕੁਐਸਚਨ ਦੇਖੋ, when a child gives in to the peer pressure then he may be said to be conforming। Next question, which of the following is not a way of formative assessment? Formative assessment ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਸਾਲ ਵਿੱਚ ਕਿੰਨੇ ਵਾਰੀ ਹੁੰਦੀ ਹੈ? 4 ਵਾਰੀ। ਤੇ ਐਨੂਅਲ ਐਗਜ਼ਾਮੀਨੇਸ਼ਨ ਜਿਹੜਾ ਹੈ ਇਹ ਫੋਰਮੇਟਿਵ ਅਸੈਸਮੈਂਟ ਦਾ ਪਾਰਟ ਨਹੀਂ ਹੈ, ਕਿਉਂਕਿ ਐਨੂਅਲ ਐਗਜ਼ਾਮੀਨੇਸ਼ਨ ਮੀਨਸ ਜਿਹੜਾ ਸਾਲ ਦੇ ਐਂਡ ਤੇ ਇੱਕ ਵਾਰੀ ਐਗਜ਼ਾਮ ਹੁੰਦਾ ਹੈ। ਸੋ ਆਪਣੀ ਆਪਸ਼ਨ ਏ ਕੀ ਹੈ ਕਰੈਕਟ ਆਂਸਰ। ਨੈਕਸਟ, ਡੈਸ਼ ਇਨਵੋਲਵਸ ਐਨ ਐਬਿਲਿਟੀ ਟੂ ਮੈਨੇਜ your own thinking and problem solving। ਉਹ ਕਿਹੜੇ ਹੁੰਦੇ ਆ? ਮੈਟਾ ਕੋਗਨੀਟਿਵ ਸਕਿੱਲਸ। ਮੈਟਾ ਕੋਗਨੀਟਿਵ ਮੀਨਸ ਕੋਗਨੀਟਿਵ ਦੇ ਫਰਦਰ ਜਿਹੜੇ ਆਪਣੇ ਹੀ ਮਾਈਂਡ ਦੇ ਸਕਿੱਲਸ ਹੁੰਦੇ ਨੇ, ਠੀਕ ਹੈ। ਆਪਾਂ ਹੁਣ ਆਪਦੀ ਐਬਿਲਿਟੀ ਨੂੰ ਮੈਨੇਜ ਕਰਨਾ, ਆਪਾਂ ਕਿਵੇਂ ਸੋਚਦੇ ਹਾਂ, ਕਿਵੇਂ ਆਪਾਂ ਕਿਸੇ ਪ੍ਰੋਬਲਮ ਨੂੰ ਸੋਲਵ ਕਰਾਂਗੇ, ਠੀਕ ਹੈ, ਉਹ ਕੀ ਹੋ ਗਿਆ ਆਪਣੇ ਮੈਟਾ ਕੋਗਨੀਟਿਵ ਸਕਿੱਲਸ। ਨੈਕਸਟ ਕੁਐਸਚਨ ਦੇਖੋ, ਅ ਕਰਿਕੂਲਰ ਮੋਡੀਫਿਕੇਸ਼ਨ ਪ੍ਰੋਗਰਾਮ ਡਿਵੈਲਪਡ in written form to facilitate the educational experiences of each child with special needs is called individualized educational
प्रोग्राम, क्योंकि बच्चे दी हर बच्चा देखो एक यूनीक पर्सनैलिटी है, हर बच्चा की है आप कहने इंडिविजुअल डिफरेंसिस ਜਿਹੜੇ ਬੱਚਿਆਂ ਵਿੱਚ मद्देनज़र रखते हुए टीचर्स ਨੂੰ पढ़ाना चाहिए, ਜਿਹੜਾ करिकुलम है वो बनाना चाहिए। इसे करके इंडिविजुअलाइज्ड एजुकेशनल प्रोग्राम अपना की है करेक्ट आंसर। नेक्स्ट, हु स्ट्रांगली क्लेम्ड दैट ही कैन ट्रेन एन इंडिविजुअल टू बी एनीथिंग ही वांटेड इररिस्पेक्टिव ऑफ हिज और हर टेंडेंसीज एबिलिटीज़ रेस कल्चर एटसैक्ट्रा। ये किने कहा सी वाटसन ने कि ਆਪਾਂ ਜੇ ਬੱਚੇ ਨੂੰ ਕਿਸੇ ਵੀ ਤਰੀਕੇ ਦਾ ਬਣਾਉਣ ਵਿੱਚ ਟ੍ਰੇਨ ਕਰੀਏ ਤਾਂ ਆਪਾਂ ਉਹਨੂੰ ਬਣਾ ਸਕਦੇ ਹਾਂ। ਇਸ ਤੋਂ ਇਹ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬੱਚੇ ਦੀ ਕੀ ਟੈਂਡੈਂਸੀਜ਼ ਨੇ, ਕੀ ਉਹਦੀਆਂ ਐਬਿਲਿਟੀਜ਼ ਨੇ, ਠੀਕ ਹੈ। ਜੇ ਆਪਾਂ ਉਹ 'ਤੇ ਪੂਰਾ ਜੀ ਜਾਨ ਲਗਾਵਾਂਗੇ ਕਿ ਬੱਚੇ ਨੂੰ ਅਸੀਂ ਇਹ ਚੀਜ਼ ਬਣਾਉਣੀ ਹੈ, ਇਹ ਬਣਾਉਣਾ ਹੈ, ਉਹਨੂੰ ਇਨਵਾਇਰਮੈਂਟ ਦਿਓ, ਪੂਰੀ ਉਹਨੂੰ ਸਟੱਡੀ ਕਰਵਾਓ ਜਾਂ ਫਿਰ ਪੂਰਾ ਕਲਚਰ ਹੀ ਇੱਦਾਂ ਦਾ ਦਿਓ ਤਾਂ ਬੱਚਾ ਉਹੀ ਚੀਜ਼ ਬਣੇਗਾ। ਉਹ ਕਿਹਨੇ ਕਿਹਾ ਸੀ? ਆਪਸ਼ਨ ਬੀ ਵਾਟਸਨ ਨੇ। ਨੈਕਸਟ ਦੇਖੋ, ਆਈਡੈਂਟਿਟੀ ਵਰਸਸ ਰੋਲ ਕਨਫਿਊਜ਼ਨ ਵਾਜ਼ द कंसैप्ट गिवन बाय किने दिते सी? एरिक्सन दी स्टेजिस सीगियां और ये कित्थे हुंदी है? एडोलसेंट, इन्होंने एबोलसेंट लिख रखा है। एडोलसेंट स्टेज हुंदी है जो बच्चा डिसाइड नहीं कर पाता, उन्होंने रोल कन्फ्यूजन हुंदी है। नैक्सट क्वेश्चन, अ चाइल्ड फॉर्म अ राइम टू लर्न द ऑर्डर ऑफ प्लैनेट्स, दिस इज नोन एज निमोनिक्स। निमोनिक्स कहने आपां इहनूं। नैक्सट इज ब्रूनर आइडेंटिफाइड 3 मेजर स्टेजिस ऑफ कॉग्निटिव ग्रोथ, आइडेंटिफाई द करैक्ट ऑर्डर ऑफ स्टेजिस। ये क्वेश्चन मैं तुहानूं पहलां भी कराया सी। जिस तरह अपने इंग्लिश के एल्फाबैट्स आते हैं, सब तो पहला आंदा ई फॉर इनएक्टिव, फिर आंदा जी आई फॉर आइकॉनिक, फिर आंदा एस। इसे सीक्वेंस विच तुसीं लर्न कर लोगे, तुहानूं देखो लैवल्स के जिहड़े दे स्टेजिस हैं उहदे नाम तो आपां नूं याद हो जांदे, लेकिन आपां कन्फ्यूज़ हो जांदे आ सब तो पहला किहड़ा सी, उदों बाद किहड़ा सी। ते इहनूं याद रखण दा तरीका यही है कि ये एल्फाबैटिकल ऑर्डर विच ही ने तीनों। सब तो पहला की है, मेरे नाल बोलो, इनएक्टिव, फिर आइकॉनिक, दैन इज सिंबॉलिक, यानी कि एल्फाबैटिकल ऑर्डर विच ही ने। सो फ्रेंड्स, अपनी जी ऑप्शन सी है वो हैगी है इत्थे करैक्ट। तो इस नाल अपनी ये वीडियो भी हुंदी है कंप्लीट, यानी कि प्रीवियस पेपर्स अपने काफ़ी हद तक जोड़े हो चुके हैं। तुसीं ये जे नहीं देखे तो आई रिक्वेस्ट, बिल्कुल जो टाइम बच गया हुण तुहाडे कोल, या तो कंसैप्ट आपदे क्लीयर करो या फिर जोड़े हैगे नाल तुसीं अपने प्रीवियस ईयर पेपर्स वो देखो, तो जिन्ने ज़्यादा तो ज़्यादा MCQs तुसीं प्रैक्टिस कर सकते हो वो तुसीं करो। देखो जे तुहाडे कॉन्सैप्ट्स क्लीयर ने ना, फिर तुहानूं MCQs की टेंशन लैण दी लोड़ नहीं हैगी। जे तुसीं डिटेल विच जिहड़े कित्थों भी तुसीं पढ़े हो, जे तुसीं वो चीज़ अच्छी तरह नाल कॉन्सैप्ट समझे हुए ने, हर एक जिवें पियाजे है या वाइगॉस्की है, उन्हां दा जिहड़ा बेसिक फंडा है ना, एक हर एक विच एक बेसिक एलीमेंट हुंदा भी वो थ्योरी पहलां तां रिलेटेड किस चीज़ नाल है, ਉਹਦੇ ਅੰਦਰ बेसिकली कहना की चाहते हैं, हर एक क्वेश्चन ਉਹਦੇ इर्द गिर्द ही घूमता हुंदा है। बाकी जे तुसीं कॉन्सैप्ट डिटेल विच क्लीयर किए हुए ने, फिर तुहानूं MCQs की 1% भी टेंशन लैण दी लोड़ नहीं, क्योंकि कॉन्सैप्ट विचों ही MCQs बनाने हैं उन्होंने, कितों बाहरों थोड़ी बनाने हैं, ठीक है। सो फ्रेंड्स, ये वीडियो तुहानूं हैल्पफुल लगी होवे तां प्लीज़ इसनूं लाइक एंड शेयर जरूर कीजिएगा। तो नाले जे कोई होर इंपॉर्टेंट इन्फॉर्मेशन होई वो मैं तुहाडे नाल जरूर शेयर करांगी। तो जिहड़े तुहाडे डाउट सीगे ना एडमिट कार्ड रिलेटेड या फिर जो भी हैगे ने, वो मैं एक वीडियो विच तुहाडे नाल डिस्कस कर चुकी हाँ। जे तुसीं वो नहीं चैक कीती तां ओहदा लिंक भी मैं इस वीडियो के डिस्क्रिप्शन विच दे दांगी, तुसीं उत्थों वो भी चैक कर सकते हो। सो फ्रेंड्स, मिलते हैं अगली वीडियो विच। टिल दैन कीप वॉचिंग।